ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਲੈਕਚਰਰ ਗਗਨ ਸਚਦੇਵਾ ਫਰੋਮ ਗਵਰਨਮੈਂਟ ਪੋਲੀਟੈਕਨਿਕ ਕਾਲਜ ਕੋਟਕਪੂਰਾ। ਬੇਟਾ ਜੋ ਅੱਜ ਆਪਾਂ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਸਟੈਪਸ ਇਨ ਡਿਵੈਲਪਮੈਂਟ ਆਫ ਪ੍ਰੋਗਰਾਮ। ਇਸ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਜੋ ਆਪਾਂ ਪ੍ਰੋਗਰਾਮ ਬਣਾਉਣਾ ਹੈ ਉਸ ਵਿੱਚ ਕਿਹੜੇ ਸਟੈਪਸ ਹੈ ਵੀ ਜਿਨ੍ਹਾਂ ਨੂੰ ਆਪਾਂ ਫੋਲੋ ਕਰਕੇ ਆਪਣਾ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਬਣਾ ਸਕਦੇ ਹਾਂ, ਜਾਂ ਆਪਾਂ ਲੇਮਨ ਲੈਂਗੁਏਜ 'ਚ ਕਹੀਏ ਕਿ ਪ੍ਰੋਗਰਾਮ ਜਦੋਂ ਆਪਾਂ ਬਣਾਉਣਾ ਹੈ ਉਹਦੇ ਸਟਾਰਟਿੰਗ ਤੋਂ ਲੈ ਕੇ ਉਹਦੀ ਟੈਸਟਿੰਗ ਤੱਕ ਕੀ ਸਟੈਪਸ ਆਪਾਂ ਫੋਲੋ ਕਰਾਂਗੇ। ਸੋ ਆਪਾਂ ਮੂਵ ਕਰਦੇ ਹਾਂ ਸਟੈਪਸ ਇਨ ਡਿਵੈਲਪਮੈਂਟ ਆਫ ਪ੍ਰੋਗਰਾਮ। ਫਸਟ ਆਫ ਆਲ ਵਾਟ ਇਜ਼ ਪ੍ਰੋਗਰਾਮ? ਪ੍ਰੋਗਰਾਮ ਕੀ ਹੈ? ਜਿਵੇਂ ਪ੍ਰੋਗਰਾਮ ਕੀ ਹੈ? ਪ੍ਰੋਗਰਾਮ ਇਜ਼ ਦਾ ਸੀਕੁਐਂਸ ਆਫ ਸਟੈਪਸ ਰਿਕੁਆਇਰਡ ਟੂ ਸੋਲਵ ਅ ਪ੍ਰੋਬਲਮ। ਮੰਨ ਲਓ ਆਪਾਂ 2 ਨੰਬਰ ਹੈ ਉਹਨਾਂ ਨੂੰ ਐਡ ਕਰਵਾਉਣਾ ਹੈ। ਹੁਣ ਜਿਹੜੇ ਉਹ 2 ਨੰਬਰਾਂ ਨੂੰ ਆਪਾਂ ਐਡ ਕਰਵਾਉਣਾ ਹੈ ਉਹਨਾਂ ਨੂੰ ਆਪਾਂ ਕੀ ਆਪਾਂ ਨੂੰ ਸਟੈਪਸ ਹੈ ਜੋ ਫੋਲੋ ਕਰਨੇ ਪੈਣਗੇ। ਜਿਵੇਂ ਮੰਨ ਲਓ ਮੈਂ 2 ਨੰਬਰ ਨੂੰ ਐਡ ਕਰਾਉਣਾ ਹੈ, ਮੈਨੂੰ 2 ਨੰਬਰ ਪਹਿਲਾਂ ਇਨਪੁਟ ਕਰਾਉਣੇ ਪੈਣਗੇ, ਉਹਨਾਂ ਦਾ ਫਿਰ ਮੈਨੂੰ ਸਮ ਕੈਲਕੂਲੇਟ ਕਰਨਾ ਪਊਗਾ, ਫਿਰ ਮੈਨੂੰ ਉਹਨਾਂ ਦਾ ਜਿਹੜਾ ਸਮ ਹੈ ਉਹਨੂੰ ਡਿਸਪਲੇ ਕਰਨਾ ਪਊਗਾ, ਫਿਰ ਕੀ ਮੈਨੂੰ ਕਰਨਾ ਪਊਗਾ ਉਸ ਦਾ ਐਂਡ ਕਰਨਾ ਪਊਗਾ। ਠੀਕ ਹੈ ਜੀ। ਸੋ ਪ੍ਰੋਗਰਾਮ ਕੀ ਹੈ? ਪ੍ਰੋਗਰਾਮ ਇਜ਼ ਦਾ ਸੀਕੁਐਂਸ ਆਫ ਸਟੈਪਸ ਰਿਕੁਆਇਰਡ ਟੂ ਸੋਲਵ ਅ ਪ੍ਰੋਬਲਮ। ਦੈਨ ਹੋਰ ਆਪਾਂ ਇਸ ਨੂੰ ਕਿਵੇਂ ਐਲੈਬੋਰੇਟ ਕਰ ਸਕਦੇ ਹਾਂ? ਇਟ ਇਜ਼ ਦਾ ਲਿਸਟ ਆਫ ਇੰਸਟਰਕਸ਼ਨਸ ਵੇਅਰ each statement tells the computer to do the desired task। ਕੀ ਹੈ? ਲਿਸਟ ਆਫ ਇੰਸਟਰਕਸ਼ਨਸ। ਠੀਕ ਹੈ। ਜਿਵੇਂ ਇੰਸਟਰਕਸ਼ਨ ਦਾ ਮਤਲਬ ਕੀ ਹੈ ਕਿ ਜਦੋਂ ਵੀ ਆਪਾਂ ਪ੍ਰੋਗਰਾਮ ਲਿਖਦੇ ਹਾਂ ਆਪਾਂ ਨੇ ਹਰੇਕ ਸਟੈਪ ਆਪਣਾ ਹਰੇਕ ਸਟੇਟਮੈਂਟ ਹੈ ਉਸ ਦਾ ਕੋਈ ਨਾ ਕੋਈ ਮੀਨਿੰਗ ਹੈ। ਲਾਈਕ ਆਪਾਂ ਜਦੋਂ ਪ੍ਰੋਗਰਾਮ ਨੂੰ ਸਟਾਰਟ ਕਰਨਾ ਹੈਸ਼ ਇਨਕਲੂਡ ਤੋਂ ਸਟਾਰਟ ਕਰਾਂਗੇ, ਹੈਡਰ ਫਾਈਲਸ ਅਟੈਚ ਕਰਾਂਗੇ ਪ੍ਰੋਗਰਾਮ ਦੇ ਵਿੱਚ, ਜੋ ਆਪਾਂ ਫਰਦਰ ਅੱਗੇ ਡਿਸਕਸ ਕਰਾਂਗੇ ਵੀ ਸਟੈਪ ਬਾਈ ਸਟੈਪ ਆਪਾਂ ਪ੍ਰੋਗਰਾਮ ਨੂੰ ਬਣਾਵਾਂਗੇ। ਕਲੀਅਰ ਹੈ? ਸੋ ਪ੍ਰੋਗਰਾਮ ਕੀ ਹੈ? ਇਟ ਇਜ਼ ਦਾ ਲਿਸਟ ਆਫ ਇੰਸਟਰਕਸ਼ਨਸ ਵੇਅਰ ਈਚ ਸਟੇਟਮੈਂਟ ਟੈਲਸ ਦਾ ਕੰਪਿਊਟਰ ਟੂ ਡੂ ਦਾ ਡਿਜ਼ਾਇਰਡ ਟਾਸਕ। ਨੈਕਸਟ ਕੀ ਹੈ ਜੀ? ਵੇਰੀਅਸ ਸਟੈਪਸ। ਆ ਤਾਂ ਜੀ ਪ੍ਰੋਗਰਾਮ ਦੀ ਪਹਿਲਾਂ ਆਪਾਂ ਡੈਫੀਨੇਸ਼ਨ ਹੋ ਗਈ। ਵੇਰੀਅਸ ਸਟੈਪਸ ਇਨ ਡਿਵੈਲਪਿੰਗ ਅ ਪ੍ਰੋਗਰਾਮ। ਆਪਣੇ ਕੋਲੇ ਜਿਹੜੇ 6 ਸਟੈਪਸ ਹੈ ਡਿਵੈਲਪਿੰਗ ਅ ਪ੍ਰੋਗਰਾਮ। ਫਸਟ ਸਟੈਪ ਕੀ ਹੈ? ਡਿਵੈਲਪਮੈਂਟ ਆਫ ਪ੍ਰੋਗਰਾਮ। ਸੈਕਿੰਡ ਕੀ ਹੈ? ਕੰਪਾਈਲਿੰਗ ਦਾ ਪ੍ਰੋਗਰਾਮ। ਥਰਡ ਕੀ ਹੈ? ਲਿੰਕਿੰਗ ਦਾ ਪ੍ਰੋਗਰਾਮ। ਫੋਰਥ ਸਟੈਪ ਟੈਸਟਿੰਗ ਦਾ ਪ੍ਰੋਗਰਾਮ। ਫਿਫਥ ਸਟੈਪ ਡਾਕੂਮੈਂਟਿੰਗ ਦਾ ਪ੍ਰੋਗਰਾਮ। ਐਂਡ ਲਾਸਟ ਸਟੈਪ ਹੈ ਡਿਪਲੋਇੰਗ ਐਂਡ ਮੇਨਟੇਨਿੰਗ ਦਾ ਪ੍ਰੋਗਰਾਮ। ਇੱਥੇ ਮੈਂ ਹਰੇਕ ਸਟੈਪ ਬਾਰੇ ਪਹਿਲਾਂ ਥੋੜ੍ਹੀ ਤੁਹਾਨੂੰ ਇੰਟਰੋਡਕਸ਼ਨ ਦੇ ਦਿੰਦਾ। ਫਸਟ ਹੈ ਡਿਵੈਲਪਮੈਂਟ ਆਫ ਪ੍ਰੋਗਰਾਮ। ਡਿਵੈਲਪਮੈਂਟ ਆਫ ਪ੍ਰੋਗਰਾਮ ਦੇ ਵਿੱਚ ਕੀ ਆਏਗਾ? ਜਿਵੇਂ ਮੰਨ ਲਓ ਆਪਾਂ ਕੋਈ ਵੀ ਕੰਮ ਕਰਨਾ, ਜਿਵੇਂ ਮੈਂ ਤੁਹਾਨੂੰ ਆਪਾਂ ਬਸ ਉਹ ਇੱਕ ਜਿਹੜਾ ਪ੍ਰੋਗਰਾਮ ਹੈ ਸਮ ਵਾਲਾ ਪ੍ਰੋਗਰਾਮ ਹੈ ਉਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਪਹਿਲਾਂ। ਹੁਣ ਜਦੋਂ ਵੀ ਮੈਂ ਡਿਵੈਲਪਮੈਂਟ ਆਫ ਪ੍ਰੋਗਰਾਮ ਦੇ ਵਿੱਚ ਜਿਹੜਾ ਫਸਟ ਸਟੈਪ ਆਊਗਾ ਕਿ ਮੇਰੇ ਕੋਲ ਪ੍ਰੋਬਲਮ ਕੀ ਹੈ, ਮੈਂ ਕਰਨਾ ਕੀ ਚਾਹੁੰਦਾ। ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਂ 2 ਇੰਟੀਜਰ ਨੂੰ ਐਡ ਕਰਨਾ ਚਾਹੁੰਦਾ, ਠੀਕ ਹੈ, ਅਤੇ ਇਸ ਕਰਕੇ ਮੇਰੇ ਕੋਲ ਪਹਿਲਾਂ ਮੈਂ 2 ਇੰਟੀਜਰ ਨੂੰ ਇਨਪੁਟ ਕਰਾਊਂਗਾ, ਫਿਰ ਮੈਂ ਉਹਨਾਂ ਦਾ ਸਮ ਕੈਲਕੂਲੇਟ ਕਰੂੰਗਾ, ਫਿਰ ਮੈਂ ਉਸ ਨੂੰ ਡਿਸਪਲੇ ਕਰਾਊਂਗਾ, ਦੈਨ ਐਂਡ। ਮਤਲਬ ਫਸਟ ਸਟੈਪ ਕੀ ਹੈ ਕਿ ਜਿਹੜੀ ਮੇਰੀ ਪ੍ਰੋਬਲਮ ਹੈ ਉਹਨੂੰ ਮੈਂ ਥੋਰੋਲੀ ਸਟੱਡੀ ਕਰਾਂਗਾ ਕਿ ਮੈਂ ਕਰਨਾ ਕੀ ਚਾਹੁੰਦਾ। ਵੀ ਜਿਹੜੇ ਮੈਂ ਇਨਪੁਟ ਕਰਾਊਂਗਾ ਨੰਬਰ, ਜਾਂ ਮੈਂ ਉਸ ਨੂੰ ਪ੍ਰੋਗਰਾਮ ਦੇ ਵਿੱਚ ਹੀ ਲਿਖ ਦੂੰਗਾ ਸਿੱਧੇ ਨੰਬਰ ਨੂੰ, ਵੀ ਮੈਂ ਕੀ ਕਰਨਾ ਚਾਹੁੰਦਾ। ਠੀਕ ਹੈ। ਦੈਨ ਡਿਵੈਲਪਿੰਗ ਆਫ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਆ ਗਿਆ ਵੀ ਮੈਂ ਪ੍ਰੋਬਲਮ ਨੂੰ ਥੋਰਲੀ ਸਟੱਡੀ ਕਰ ਲੂੰਗਾ, ਫਿਰ ਮੈਂ ਬਣਾਊਂਗਾ ਇਸ ਦਾ ਐਲਗੋਰਿਦਮ। ਐਲਗੋਰਿਦਮ ਕੀ ਹੈ? ਐਲਗੋਰਿਦਮ ਕੀ ਹੈਗਾ ਬਈ ਥਿਓਰੈਟੀਕਲੀ ਆਪਾਂ ਸਟੈਪਸ ਨੂੰ ਨੋਟ ਡਾਊਨ ਕਰਨਾ। ਜਿਵੇਂ ਆਪਾਂ ਨੈਕਸਟ ਲੈਕਚਰ 'ਚ ਵੀ ਸਟੱਡੀ ਕਰਾਂਗੇ ਐਲਗੋਰਿਦਮ ਬਾਰੇ। ਲਾਈਕ ਉਸ ਵਿੱਚ ਇੱਕ ਐਗਜ਼ਾਮਪਲ ਹੈ, ਮੰਨ ਲਓ ਤੁਸੀਂ ਮੈਗੀ ਬਣਾਉਣੀ ਹੈ। ਮੈਗੀ ਬਣਾਉਣੀ ਹੈ ਉਸ ਲਈ ਤੁਹਾਨੂੰ ਕੀ ਕਰਨਾ ਪਊਗਾ? ਹੁਣ ਆਪਾਂ ਮੈਗੀ ਬਣਾਉਣੀ ਹੈ, ਮੈਗੀ ਬਣਾਉਣ ਲਈ ਸਭ ਤੋਂ ਪਹਿਲਾਂ ਮੈਂ ਪੈਨ ਲਊਂਗਾ, ਫਿਰ ਮੈਂ ਪਾਣੀ ਪਾ ਦੂੰਗਾ, ਫਿਰ ਉਸ ਵਿੱਚ ਮੈਂ ਮੈਗੀ ਪਾ ਦੂੰਗਾ, ਫਿਰ ਬਰਨਰ 'ਤੇ ਰੱਖ ਦਾਂਗੇ, ਬਰਨਰ ਨੂੰ ਔਨ ਕਰ ਦਾਂਗੇ,
ਦੈਨ 2-3 ਮਿੰਟ ਆਪਾਂ ਉਸ ਨੂੰ ਪਕਾਵਾਂਗੇ, ਫਿਰ ਨੀਚੇ ਉਤਾਰ ਲਾਂਗੇ, ਬਰਨਰ ਆਫ ਕਰ ਦਾਂਗੇ। ਮਤਲਬ ਆ ਸਟੈਪਸ ਹੈ, ਠੀਕ ਹੈ ਜੀ। ਜਦੋਂ ਆਪਾਂ ਸਟੈਪਸ ਵੀ ਜਿਵੇਂ ਆਪਾਂ ਕਹਿੰਦੇ ਵੀ ਸਿੱਧੇ ਸਿੱਧੇ ਆਪਾਂ ਸਟੈਪਸ ਲਿਖ ਦਿੰਦੇ ਹਾਂ ਵੀ ਕੀ ਕੀ ਆਪਾਂ ਕਰਾਂਗੇ, ਵੀ ਪਹਿਲਾਂ ਐਵੇਂ ਕਰਾਂਗੇ, ਫਿਰ ਐਵੇਂ ਕਰਾਂਗੇ, ਫਿਰ ਐਵੇਂ ਕਰਾਂਗੇ, ਇਸ ਨੂੰ ਆਪਾਂ ਬੋਲਦੇ ਐਲਗੋਰਿਥਮ। ਆ ਵੀ ਕਿਸ ਵਿੱਚ ਆ ਜਾਂਦਾ, ਡਿਵੈਲਪਮੈਂਟ ਆਫ ਪ੍ਰੋਗਰਾਮ 'ਚ ਆ ਜਾਂਦਾ। ਦੈਨ ਜਿਹੜੇ ਉਹ ਸਟੈਪਸ ਹੈ ਜਿਹੜੇ ਮੈਂ ਲਿਖੇ ਐਲਗੋਰਿਥਮ ਦੇ ਵਿੱਚ, ਜਦੋਂ ਮੈਂ ਉਹਨਾਂ ਸਟੈਪਸ ਨੂੰ ਸੀ ਪ੍ਰੋਗਰਾਮਿੰਗ 'ਚ ਮੈਂ ਲਿਖਦਾ ਵੀ ਜੋ ਮੈਂ ਸਟੈਪਸ ਉੱਥੇ ਲਿਖੇ ਹੈ, ਫਿਰ ਉਸ ਨੂੰ ਕੀ ਮੈਂ ਬੋਲਦਾ, ਸੋਰਸ ਕੋਡ। ਕੀ ਬੋਲਦਾ ਜੀ ਮੈਂ ਉਸ ਨੂੰ, ਸੋਰਸ ਕੋਡ। ਦੈਨ ਸੈਕਿੰਡ ਸਟੈਪ ਹੈ ਆਪਣੇ ਕੋਲੇ ਕੰਪਾਈਲਿੰਗ ਦਾ ਪ੍ਰੋਗਰਾਮ, ਥਰਡ ਕੀ ਹੈ, ਲਿੰਕਿੰਗ ਦਾ ਪ੍ਰੋਗਰਾਮ, ਫੋਰਥ ਟੈਸਟਿੰਗ ਦਾ ਪ੍ਰੋਗਰਾਮ। ਆ ਜੋ ਆਪਾਂ ਫਰਦਰ ਅੱਗੇ ਇਸ ਨੂੰ ਡਿਸਕਸ ਕਰਾਂਗੇ। ਫਸਟ ਆਫ ਆਲ ਆਪਾਂ ਡਿਸਕਸ ਕਰਾਂਗੇ ਡਿਵੈਲਪਮੈਂਟ ਆਫ ਪ੍ਰੋਗਰਾਮ। ਜਿਵੇਂ ਤੁਸੀਂ ਪ੍ਰੈਜੈਂਟੇਸ਼ਨ ਦੀ ਜੋ ਰਾਈਟ ਸਾਈਡ ਹੈ ਉੱਥੇ ਤੁਸੀਂ ਦੇਖ ਰਹੇ ਹੋ ਇੱਕ ਪਿਕ ਦਿਖਾਈ ਦੇ ਰਹੀ ਹੈ ਤੁਹਾਨੂੰ, ਜੋ ਆਪਣਾ ਡਿਵੈਲਪਮੈਂਟ ਆਫ ਪ੍ਰੋਗਰਾਮ ਹੈ ਉਹ ਸਿਰਫ ਇੰਨਾ ਪਾਰਟ ਹੈ, ਇੰਨਾ ਪਾਰਟ ਹੈ। ਇਸ ਵਿੱਚ ਆ ਗਿਆ ਸੋਰਸ ਕੋਡ, ਆ ਗਿਆ ਹੈਡਰ ਫਾਈਲਸ, ਆ ਗਿਆ ਪ੍ਰੀ ਪ੍ਰੋਸੈਸਰ, ਆ ਗਿਆ ਐਕਸਪੈਂਡਡ ਸੋਰਸ ਕੋਡ ਆ ਗਿਆ। ਡਿਵੈਲਪਮੈਂਟ ਆਫ ਪ੍ਰੋਗਰਾਮ ਦੇ ਵਿੱਚ ਆਪਾਂ ਕੀ ਕਰਾਂਗੇ ਕਿ ਜਿਹੜਾ ਸੋਰਸ ਕੋਡ ਹੈ ਉਸ ਨੂੰ ਲਿਖਣਾ ਆਪਾਂ, ਠੀਕ ਹੈ ਜੀ, ਕਲੀਅਰ। ਹਾਂਜੀ, ਦ ਫਸਟ ਸਟੈਪ ਇਜ਼ ਇਨ ਡਿਵੈਲਪਿੰਗ ਅ ਪ੍ਰੋਗਰਾਮ ਇਜ਼ ਟੂ ਸਟੱਡੀ ਪ੍ਰੋਗਰਾਮ ਥੋਰੋਲੀ, ਠੀਕ ਹੈ। ਜਾਂ ਆਪਾਂ ਕਹਿ ਸਕਦੇ ਵੀ ਆਪਾਂ ਜਿਹੜੀ ਪ੍ਰੋਬਲਮ ਹੈਗੀ ਆ ਉਸ ਨੂੰ ਥੋਰੋਲੀ ਸਟੱਡੀ ਕਰਾਂਗੇ, ਕਲੀਅਰ ਹੈ ਬਈ ਆਪਣੇ ਕੋਲੇ ਕੀ ਪ੍ਰੋਬਲਮ ਸੀਗੀ, ਆਪਾਂ ਉਸ ਨੂੰ ਕਿਵੇਂ ਹੈਂਡਲ ਕਰਨਾ ਹੈ। ਜਿਵੇਂ ਤੁਸੀਂ ਇੱਕ ਇਹਦੇ ਵਿੱਚ ਦੇਖ ਰਹੇ ਹੋ ਵੀ ਇੱਕ ਪਾਸੇ ਤਾਂ ਦੇਖੋ ਸੋਰਸ ਕੋਡ ਲਿਖਿਆ ਹੋਇਆ ਹੈ, ਠੀਕ ਹੈ। ਦੈਨ ਸੋਰਸ ਕੋਡ ਦੇ ਨਾਲ ਇੱਧਰ ਹੈਡਰ ਫਾਈਲਸ ਲਿਖੀਆਂ ਹੋਈਆਂ। ਹੈਡਰ ਫਾਈਲਸ ਕੀ ਹੁੰਦੀਆਂ, ਹੈਡਰ ਫਾਈਲਸ ਕੀ ਹੈ, ਜਦੋਂ ਵੀ ਆਪਾਂ ਕੋਈ ਵੀ ਪ੍ਰੋਗਰਾਮ ਲਿਖਣਾ ਹੈ ਉਸ ਵਿੱਚ ਆਪਾਂ ਸਭ ਤੋਂ ਪਹਿਲਾਂ ਹੈਡਰ ਫਾਈਲਸ ਅਟੈਚ ਕਰਾਂਗੇ। ਹੈਡਰ ਫਾਈਲਸ ਦਾ ਕੀ ਕੰਮ ਹੈ, ਜਿਵੇਂ ਮੰਨ ਲਓ ਆਪਾਂ ਕਿਤੇ ਵੱਡੀ ਯੂਨੀਵਰਸਿਟੀ ਦੇ ਵਿੱਚ ਜਾਂਦੇ ਹਾਂ, ਉੱਥੇ ਲਾਇਬ੍ਰੇਰੀ 'ਚ ਗਏ, ਲਾਇਬ੍ਰੇਰੀ 'ਚ ਕੀ ਹੁੰਦਾ ਹੈ, ਹਰੇਕ ਜੋ ਬੁੱਕਸ ਮਤਲਬ ਲਾਈਕ ਫਿਜ਼ਿਕਸ ਦਾ ਸੈਕਸ਼ਨ ਅਲੱਗ ਹੈ, ਇੰਗਲਿਸ਼ ਦਾ ਸੈਕਸ਼ਨ ਅਲੱਗ ਹੈ, ਮੈਥ ਦਾ ਸੈਕਸ਼ਨ ਅਲੱਗ ਹੈ, ਠੀਕ ਹੈ, ਲੈਂਗੁਏਜ ਪ੍ਰੋਗਰਾਮਿੰਗ ਦਾ ਸੈਕਸ਼ਨ ਅਲੱਗ ਹੈ। ਉੱਥੇ ਸਾਰੇ ਜਿਹੜੇ ਸੈਕਸ਼ਨ ਹੈਗੇ ਆ ਉਹ ਅਲੱਗ-ਅਲੱਗ ਹੁੰਦੇ ਆ। ਦੈਟ ਮੀਨਸ ਕਿ ਮੰਨ ਲਓ ਹੁਣ ਮੈਨੂੰ ਮੈਥ ਦੀ ਬੁੱਕ ਚਾਹੀਦੀ ਹੈ, ਮੈਂ ਕਿਹੜੇ ਸੈਕਸ਼ਨ 'ਚ ਜਾਊਂਗਾ, ਮੈਂ ਮੈਥ ਵਾਲੇ ਸੈਕਸ਼ਨ 'ਚ ਚਲਾ ਜਾਊਂਗਾ, ਫਿਰ ਮੈਂ ਉੱਥੇ ਦੇਖੂੰਗਾ ਕਿ ਮੈਨੂੰ ਕਿਹੜੀ ਬੁੱਕ ਦੀ ਮੈਨੂੰ ਜ਼ਰੂਰਤ ਹੈ। ਉਵੇਂ ਆਪਣੇ ਕੋਲ ਆ ਹੈਡਰ ਫਾਈਲਸ ਹੁੰਦੀਆਂ। ਹੈਡਰ ਫਾਈਲਸ ਦੱਸਦੀਆਂ, ਜਿਵੇਂ ਹੁਣ ਹੈਡਰ ਫਾਈਲਸ ਦੇ ਵਿੱਚ ਇਨਬਿਲਟ ਫੰਕਸ਼ਨ ਹੁੰਦੇ ਆ ਜੋ ਆਪਾਂ ਡਾਇਰੈਕਟਲੀ ਯੂਜ਼ ਕਰ ਸਕਦੇ ਹਾਂ। ਲਾਈਕ ਤੁਸੀਂ ਇੱਕ ਸੁਣਿਆ ਹੋਵੇਗਾ ਸਕੇਅਰ ਰੂਟ, ਮੈਥ ਦੇ ਵਿੱਚ ਹੁੰਦਾ ਸਕੇਅਰ ਰੂਟ, ਜਿਵੇਂ 4 ਦਾ ਸਕੇਅਰ ਰੂਟ 2 ਹੁੰਦਾ, 9 ਦਾ ਸਕੇਅਰ ਰੂਟ 3 ਹੁੰਦਾ। ਉਵੇਂ ਹੀ ਆਪਣੇ ਕੋਲ ਜਿਵੇਂ ਸਕੇਅਰ ਰੂਟ ਹੈ, ਮੈਥ ਇੱਕ ਆਪਣੇ ਕੋਲ ਹੈਡਰ ਫਾਈਲ ਹੁੰਦੀ ਹੈ math.h। ਜਦੋਂ ਆਪਾਂ math.h ਲਿਖ ਦਿੰਦੇ ਹਾਂ, ਆਪਾਂ ਨੂੰ ਸਕੇਅਰ ਰੂਟ ਦਾ ਜੋ ਸ਼ੋਰਟ ਫਾਰਮ ਹੈ SQRT, ਆਪਾਂ ਜਸਟ ਉਹ ਯੂਜ਼ ਕਰਾਂਗੇ। ਉਹ ਇਨਬਿਲਟ ਫੰਕਸ਼ਨ ਹੈ ਕਿਹਦੇ ਵਿੱਚ, ਹੈਡਰ ਫਾਈਲ ਦੇ ਵਿੱਚ। ਹੈਡਰ ਫਾਈਲ ਕਿਹੜੀ ਹੈ, math.h। ਜਿਹੜੇ ਵੀ ਆਪਾਂ ਹੈਡਰ ਫਾਈਲ ਲਿਖਾਂਗੇ ਉਹਦੇ ਐਕਸਟੈਂਸ਼ਨ ਕੀ ਹੋਏਗੀ, .h ਹੋਏਗੀ। ਇੱਥੇ ਤੁਸੀਂ ਐਕਸਟੈਂਸ਼ਨਾਂ ਦਾ ਜ਼ਰੂਰ ਧਿਆਨ ਰੱਖਣਾ। ਆਹ ਵਾਲਾ ਜਿਹੜਾ ਅੱਜ ਵਾਲਾ ਆਪਣਾ ਲੈਕਚਰ ਹੈ, ਐਕਸਟੈਂਸ਼ਨ, ਇਹਦੇ ਵਿੱਚ ਜ਼ਿਆਦਾ ਫੋਕਸ ਆਪਣਾ ਐਕਸਟੈਂਸ਼ਨ ਦੇ ਉੱਪਰ ਹੋਣਾ ਚਾਹੀਦਾ ਕਿ ਜੋ ਆਪਾਂ ਐਕਸਟੈਂਸ਼ਨ ਆਪਣੇ ਕੋਲੇ ਕੀ ਕੀ ਬਣਨਗੇ। ਐਕਸਟੈਂਸ਼ਨ ਦਾ ਮਤਲਬ ਕੀ ਹੁੰਦਾ, ਐਕਸਟੈਂਸ਼ਨ ਦਾ ਮਤਲਬ ਹੁੰਦਾ ਕਿ ਜੋ ਫਾਈਲ ਦੀ ਟਾਈਪ ਹੈ। ਜਿਵੇਂ ਤੁਸੀਂ ਕੋਈ ਵੀ ਪਿਕਚਰ ਹੈ, ਪਿਕਚਰ ਨੂੰ ਜੇ ਤੁਸੀਂ ਕਈ ਵਾਰ ਮੋਬਾਈਲ ਦੇ ਵਿੱਚ ਕੋਈ ਪਿਕਚਰ ਕਲਿੱਕ ਕੀਤੀ, ਉਹਦੀ ਡਿਟੇਲ ਵਿੱਚ ਜਾ ਕੇ ਦੇਖਿਆ, ਜੇ ਪਿਕਚਰ ਦੇ ਨੇਮ ਦੇ ਪਿੱਛੇ .jpg ਆਉਂਦਾ, .jpg, ਆ .jpg ਉਸ ਦੀ ਫਾਈਲ ਐਕਸਟੈਂਸ਼ਨ ਹੋਊਗੀ। ਕੋਈ ਵੀਡੀਓ ਹੈ ਉਹਦੇ ਪਿੱਛੇ .mp4 ਆਉਂਦਾ ਜਾਂ mpeg4 ਆਉਂਦਾ, ਆ ਉਸ ਦੀ ਐਕਸਟੈਂਸ਼ਨ ਹੋ ਗਈ ਹੈ। ਜੋ ਮਤਲਬ ਕਹਿ ਲਓ ਕਿ ਜਿਹੜੀ ਵੀ ਇਹ ਫਾਈਲ ਹੈ ਉਸ ਦੀ ਐਕਸਟੈਂਸ਼ਨ ਹੈ। ਉਵੇਂ ਹੀ ਆਪਣੇ ਕੋਲ ਇੱਥੇ ਅਲੱਗ-ਅਲੱਗ ਐਕਸਟੈਂਸ਼ਨਾਂ ਬਣਦੀਆਂ ਜਦੋਂ ਵੀ ਆਪਾਂ ਪ੍ਰੋਗਰਾਮ ਨੂੰ ਡਿਵੈਲਪ ਕਰਦੇ ਹਾਂ। ਹੁਣ ਦੇਖੋ, ਸਭ ਤੋਂ ਪਹਿਲਾਂ ਆਪਾਂ ਐਲਗੋਰਿਦਮ ਲਿਖ ਲਏ, ਸਟੈਪਸ ਲਿਖ ਲਏ ਇੱਕ ਵਾਰੀ, ਠੀਕ ਹੈ। ਦੈਨ ਆਪਾਂ ਕੀ ਕੀਤਾ, ਫਸਟ ਸਟੈਪ ਆਪਣਾ ਹੋ ਗਿਆ ਕਿ ਆਪਾਂ ਪ੍ਰੋਬਲਮ ਨੂੰ ਥੋਰੋਲੀ ਸਟੱਡੀ ਕਰ ਲਿਆ। ਦੈਨ ਦ ਨੈਕਸਟ ਟਾਸਕ ਇਜ਼ ਟੂ ਪ੍ਰਪੇਅਰ ਡਿਟੇਲਡ ਲਿਸਟ ਆਫ ਸਟੈਪਸ ਕਾਲਡ ਐਲਗੋਰਿਦਮ ਦੈਟ ਹੈਲਪਸ ਟੂ obtain
ਰਿਕੁਆਇਰਡ ਆਊਟਪੁੱਟ ਦੇਖੋ ਆ ਵੀ ਠੀਕ ਹੈ, ਮਤਲਬ ਆਪਾਂ ਸਟੈਪਸ ਨੂੰ ਨੋਟ ਡਾਊਨ ਕਰ ਲਿਆ ਕਿ ਜੋ ਆਪਣੇ ਐਲਗੋਰਿਦਮ ਬਣਾਉਣਗੇ। ਦੈਨ ਥਰਡ ਕੀ ਹੈ, ਜੋ ਐਲਗੋਰਿਦਮ ਆਪਾਂ ਬਣਾਇਆ ਉਹਨਾਂ ਸਟੈਪਸ ਨੂੰ ਆਪਾਂ ਸੀ ਦੇ ਵਿੱਚ ਲਿਖ ਦੇਣਾ। ਕਲੀਅਰ ਹੈ ਵੀ ਜੋ ਆਪਣੇ ਸੀ ਦੀ ਜਿਹੜੀ ਫਾਈਲ ਹੈ, ਮਤਲਬ ਜੋ ਸੋਰਸ ਕੋਡ ਟਰਬੋ ਸੀ ਇੱਕ ਆਪਣੇ ਕੋਲ ਸੋਫਟਵੇਅਰ ਹੁੰਦਾ ਜਿਹਦੇ ਵਿੱਚ ਆਪਾਂ ਪ੍ਰੋਗਰਾਮਿੰਗ ਕਰਾਂਗੇ। ਠੀਕ ਹੈ, ਉਸ ਵਿੱਚ ਆਪਾਂ ਜਦੋਂ ਵੀ ਕੋਡ ਲਿਖਾਂਗੇ ਉਸ ਦੀ ਐਕਸਟੈਂਸ਼ਨ ਕੀ ਦੇਵਾਂਗੇ, ਉਸ ਦੀ ਆਪਾਂ ਕੀ ਐਕਸਟੈਂਸ਼ਨ ਦੇਵਾਂਗੇ, .c ਐਕਸਟੈਂਸ਼ਨ ਦੇਵਾਂਗੇ। ਕਲੀਅਰ ਹੈ, ਉਸ ਦੀ ਆਪਾਂ ਕੀ ਐਕਸਟੈਂਸ਼ਨ ਦੇਵਾਂਗੇ, .c। ਕਲੀਅਰ ਹੈ ਜੀ। ਦੈਨ ਇੱਥੇ ਦੇਖੋ ਤੁਸੀਂ, ਇੱਥੇ ਆਪਣੇ ਸੋਰਸ ਕੋਡ, ਹੈਡਰ ਫਾਈਲਸ, ਦੈਨ ਪ੍ਰੀ ਪ੍ਰੋਸੈਸਰ, ਐਕਸਪੈਂਡਡ ਸੋਰਸ ਕੋਡ। ਜੋ ਫਸਟ ਸਟੈਪ ਹੈ ਉਹਦੇ ਵਿੱਚ ਇਹਨਾਂ ਚਾਰਾਂ ਦਾ ਕੰਮ ਆਏਗਾ। ਮੇਨ ਕੰਮ ਕਿਹਦਾ ਹੈਗਾ, ਸੋਰਸ ਕੋਡ ਲਿਖਣਾ, ਅਤੇ ਸੋਰਸ ਕੋਡ ਲਿਖਣ ਲਈ ਆਪਾਂ ਨੂੰ ਹੈਡਰ ਫਾਈਲਸ ਨੂੰ ਕੀ ਕਰਨਾ ਪਊਗਾ, ਅਟੈਚ ਕਰਨਾ ਪਊਗਾ। ਕਲੀਅਰ ਹੈ। ਦੈਨ ਜੋ ਨੈਕਸਟ ਸਟੈਪ ਹੈ ਉਹ ਆ ਗਿਆ ਆਪਣੇ ਕੋਲੇ ਕੰਪਾਈਲਿੰਗ ਦਾ ਪ੍ਰੋਗਰਾਮ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਆਪਾਂ ਕੰਪਿਊਟਰ ਦੀ ਗੱਲ ਕਰਦੇ ਹਾਂ, ਕੰਪਿਊਟਰ ਕਿਹੜੀ ਲੈਂਗੁਏਜ ਨੂੰ ਅੰਡਰਸਟੈਂਡ ਕਰਦਾ? ਆਪਾਂ ਸਭ ਨੂੰ ਪਤਾ ਹੈ ਕੰਪਿਊਟਰ ਕਿਹੜੀ ਲੈਂਗੁਏਜ ਨੂੰ ਅੰਡਰਸਟੈਂਡ ਕਰਦਾ, ਬਾਈਨਰੀ ਲੈਂਗੁਏਜ ਨੂੰ। ਬਾਈਨਰੀ ਦਾ ਮਤਲਬ ਕੀ ਹੈ, 0 1 ਦੀ ਫੋਰਮ ਦੇ ਵਿੱਚ ਜਿਹੜੇ ਵੀ ਨੰਬਰ ਹੋਣਗੇ ਕੰਪਿਊਟਰ ਸਿਰਫ ਉਹਨਾਂ ਨੂੰ ਅੰਡਰਸਟੈਂਡ ਕਰੇਗਾ। ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਆਪਣੇ ਕੋਲ ਮੈਂ ਲੈਪਟਾਪ ਤੋਂ A ਪ੍ਰੈਸ ਕਰਤਾ, ਹੁਣ ਕੰਪਿਊਟਰ ਨੂੰ ਕੀ ਪਤਾ ਵੀ ਮੈਂ A ਪ੍ਰੈਸ ਕੀਤਾ, ਉਹਨੇ ਤਾਂ 0 1 ਦੀ ਫੋਰਮ ਦੇ ਵਿੱਚ ਮਤਲਬ ਸਮਝਣਾ। ਜਿਹੜਾ A ਮੈਂ ਪ੍ਰੈਸ ਕੀਤਾ ਨਾ ਉਹਦਾ ਇੱਕ ਕੋਡ ਹੁੰਦਾ, ਠੀਕ ਹੈ, ਉਹ ਕੋਡ CPU ਦੇ ਵਿੱਚ ਜਾਂਦਾ। CPU ਉਹ ਮਤਲਬ ਜਿਹੜਾ ਕੰਪਿਊਟਰ ਹੈ ਉਸ ਕੋਡ ਨੂੰ ਡੀਕੋਡ ਕਰ ਲੈਂਦਾ। ਡੀਕੋਡ ਦਾ ਮਤਲਬ ਕੀ ਹੁੰਦਾ ਵੀ ਜਿਵੇਂ ਜਿਹੜਾ A ਦੇ ਅਕੋਰਡਿੰਗ ਹੈ, ਜਿਵੇਂ ਮੰਨ ਲਓ ਮੈਂ A ਪ੍ਰੈਸ ਕੀਤਾ, ਸਪੋਜ਼ A ਦਾ ਕੋਡ ਹੈਗਾ 0 1 0 0 1 1 0। ਆਹ ਕੋਡ ਉਹਦੇ ਕੋਲੇ ਚਲਾ ਗਿਆ ਕੰਪਿਊਟਰ ਕੋਲੇ। ਫਿਰ ਕੰਪਿਊਟਰ ਨੇ ਉਸ ਨੂੰ ਦੇਖਣਾ ਵੀ ਆਹ ਵਾਲਾ ਕੋਡ ਕਿਹੜੇ ਲੈਟਰ ਦੇ ਅਕੋਰਡਿੰਗ ਆਇਆ ਮੇਰੇ ਕੋਲੇ। ਫਿਰ ਉਹਦੇ ਕੋਲੇ ਵੀ ਉਹ ਕੋਡ ਦੇ ਅਕੋਰਡਿੰਗ ਸਾਰੇ ਲੈਟਰਸ ਹੈਗੇ ਆ। ਉਹ ਜਿਹੜਾ ਕੋਡ ਮੈਂ ਉਹਨੂੰ ਭੇਜਿਆ ਉਸ ਕੋਡ ਦੇ ਅਕੋਰਡਿੰਗ ਜਿਹੜਾ ਲੈਟਰ ਹੈ ਉਸ ਨੂੰ ਡਿਸਪਲੇ ਕਰ ਦੂਗਾ। ਕਲੀਅਰ ਹੈ। ਕਹਿਣ ਦਾ ਮਤਲਬ ਕੀ ਹੈ ਕਿ ਕੰਪਿਊਟਰ ਨੇ ਜੋ ਵੀ ਕੰਮ ਕਰਨਾ, ਆਪਾਂ ਜੋ ਵੀ ਟਾਸਕ ਦਿੰਦੇ ਹਾਂ ਕੰਪਿਊਟਰ ਨੂੰ, ਚਾਹੇ ਥਰੂ ਮਾਊਸ ਦਿੰਦੇ ਹਾਂ ਚਾਹੇ ਥਰੂ ਕੀਬੋਰਡ ਦਿੰਦੇ ਹਾਂ, ਉਹ ਕਿਹੜੀ ਫੋਰਮ ਦੇ ਵਿੱਚ ਕੰਮ ਕਰਦਾ, 0 1 ਦੀ ਫੋਰਮ ਦੇ ਵਿੱਚ ਕੰਮ ਕਰਦਾ, ਬਾਈਨਰੀ ਫੋਰਮ ਦੇ ਵਿੱਚ ਕੰਮ ਕਰਦਾ। ਠੀਕ ਹੈ, ਜਿਸ ਨੂੰ ਆਪਾਂ ਕਿਹੜੀ ਲੈਂਗੁਏਜ ਕਹਿ ਦਿੰਦੇ ਹਾਂ, ਮਸ਼ੀਨ ਲੈਂਗੁਏਜ। ਸ਼ਾਇਦ ਤੁਹਾਨੂੰ ਪਤਾ ਨਹੀਂ ਹੈ, ਜਦੋਂ ਕੰਪਿਊਟਰ ਸਟਾਰਟਿੰਗ ਹੋਈ ਸੀਗੀ, ਕੰਪਿਊਟਰ ਦੇ ਵਿੱਚ ਜਿਹੜੇ ਲੈਂਗੁਏਜਿਸ ਹੈ ਉਹ ਕਿਵੇਂ ਇਵੋਲਵ ਹੋਈਆਂ। ਕੰਪਿਊਟਰ ਦੇ ਵਿੱਚ ਜਿਵੇਂ ਸਟਾਰਟਿੰਗ ਦੇ ਵਿੱਚ ਜੇ ਤੁਸੀਂ ਥੋੜ੍ਹਾ ਜਿਹਾ ਸਟੱਡੀ ਕਰੋ ਮੈਥਮੈਟਿਕਸ ਲਈ, ਬਈ 0 1 ਨੂੰ ਪਹਿਲਾਂ ਯੂਜ਼ ਕਰਦੇ ਰਹੇ ਹੈ, ਵੀ ਜੇ ਆਪਾਂ ਕੋਈ ਐਡ ਕਰਨਾ ਹੈ, ਕੁਛ ਮਲਟੀਪਲਾਈ ਕਰਨਾ ਹੈ, ਓਨਲੀ 0 1s ਨੂੰ, ਬਈ ਮਤਲਬ 0 0 1 1 ਐਵੇਂ ਇਸ ਫੋਰਮ ਦੇ ਵਿੱਚ ਆਪਾਂ ਉਸ ਨੂੰ ਯੂਜ਼ ਕਰਦੇ ਰਹੇ ਹਾਂ। ਫਿਰ ਕੀ ਹੋਇਆ, ਫਿਰ ਜਿਵੇਂ ਮੰਨ ਲਓ ਆਪਾਂ ਕੋਡ ਲਿਖਣਾ, ਜੋ ਵੀ ਕੋਡ ਲਿਖਣਾ, ਠੀਕ ਹੈ, ਉੱਥੇ ਆਪਾਂ ਕੀ ਕੰਮ ਕਰਦੇ ਰਹੇ ਹਾਂ, ਸਿੱਧਾ ਹੀ ਉਹਨਾਂ ਨੂੰ 0 1 1 0 ਇੱਕ ਕੋਡ ਨੂੰ ਮਤਲਬ ਕਿਸੇ ਵੀ ਇੱਕ ਪਰਟੀਕੂਲਰ ਟਾਸਕ ਨੂੰ ਕੋਡ ਦੀ ਫੋਰਮ ਦੇ ਵਿੱਚ ਆਪਾਂ ਕੰਪਿਊਟਰ ਨੂੰ ਦੇ ਦਿੰਦੇ ਸੀਗੇ। ਕਲੀਅਰ ਹੈ। ਬਈ ਮੰਨ ਲਓ ਮੈਂ ਕੋਈ 30 ਜਾਂ 34 40 ਅਲੱਗ ਹੈ, ਵੀ ਇੰਨੇ ਨੰਬਰਸ ਦਾ ਕੋਡ ਬਣਾ ਕੇ ਨਾ, ਵੀ ਟਾਸਕ ਦੇ ਅਕੋਰਡਿੰਗ, ਵੀ ਮੈਂ ਕੀ ਟਾਸਕ ਕਰਨਾ ਉਸ ਦੇ ਅਕੋਰਡਿੰਗ ਇੱਕ ਕੋਡ ਜਨਰੇਟ ਕਰਕੇ ਕੰਪਿਊਟਰ ਨੂੰ ਦੇਤਾ 0 1 ਦੀ ਫੋਰਮ 'ਚ, ਕੰਪਿਊਟਰ ਨੇ ਉਹ ਟਾਸਕ ਕਰਤਾ। ਠੀਕ ਹੈ, ਦੈਟ ਮੀਨਸ ਕਿ ਕੰਪਿਊਟਰ ਨੇ ਸਿਰਫ ਆਪਣੀ ਮਸ਼ੀਨ ਲੈਂਗੁਏਜ ਨੂੰ ਅੰਡਰਸਟੈਂਡ ਕਰਨਾ 0 1 ਦੀ ਫੋਰਮ ਦੇ ਵਿੱਚ ਹੈ ਜਿਹੜੀ, ਹੋਰ ਉਹਨੂੰ ਨਹੀਂ ਕੁਛ ਪਤਾ ਹੈਗਾ। ਹੁਣ ਫਿਰ ਆਪਾਂ ਕੀ ਕੰਮ ਹੈ, ਹੁਣ ਆਪਾਂ ਲਿਖਦੇ ਤਾਂ ਸੀ ਦੇ ਵਿੱਚ ਪਏ ਹਾਂ, ਕੰਪਿਊਟਰ ਕਿਵੇਂ ਅੰਡਰਸਟੈਂਡ ਕਰੂਗਾ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਸੀ ਲੈਂਗੁਏਜ ਹੈ, C++ ਹੈ, ਜਾਵਾ, .NET, ਓਰੈਕਲ, ਜਿੰਨੀਆਂ ਵੀ ਲੈਂਗੁਏਜਿਸ ਹੈਗੀਆਂ, ਆਹ ਸਾਰੀਆਂ ਹਾਈ ਲੈਵਲ ਲੈਂਗੁਏਜਿਸ ਹੈ। ਹਾਈ ਲੈਵਲ ਲੈਂਗੁਏਜ ਦਾ ਕੀ ਮਤਲਬ ਹੈ ਕਿ we need some compiler for all these languages. Compiler ਦਾ ਮਤਲਬ ਕੀ ਹੈ, which convert high level language into machine language. ਕੰਪਾਈਲਰ ਦਾ ਕੰਮ ਕੀ ਹੁੰਦਾ? ਕੰਪਾਈਲਰ ਦਾ ਕੰਮ ਕੀ ਹੈ, ਪਹਿਲਾਂ ਤਾਂ ਉਹਨੇ
ਜਿਹੜਾ ਆਪਾਂ ਸੋਰਸ ਕੋਡ ਲਿਖਿਆ, ਹੁਣ ਇਹਦੇ ਵਿੱਚ ਧਿਆਨ ਰੱਖਣਾ ਤੁਸੀਂ ਵੀ ਜਿਹੜਾ ਸੋਰਸ ਕੋਡ ਹੈ, ਐਕਸਟੈਂਸ਼ਨਾਂ ਮੈਂ ਜਿਵੇਂ ਤੁਹਾਨੂੰ ਕਿਹਾ ਸੀ ਐਕਸਟੈਂਸ਼ਨਸ ਆਪਾਂ ਹਰੇਕ ਦੀਆਂ ਧਿਆਨ ਰੱਖਣੀਆਂ। ਸੋਰਸ ਕੋਡ ਦੀ ਐਕਸਟੈਂਸ਼ਨ ਕੀ ਹੈਗੀ ਹੈ? .c। ਸੋਰਸ ਕੋਡ ਦੀ ਐਕਸਟੈਂਸ਼ਨ ਕੀ ਹੈ? .c। ਇੱਥੋਂ ਤੱਕ ਆਪਣੇ ਕੋਲੇ ਕਿਹੜੀ ਐਕਸਟੈਂਸ਼ਨ ਆਈ ਹੈ? .c। ਕਲੀਅਰ ਹੈ ਜੀ? ਇੱਥੋਂ ਤੱਕ ਆਪਣੇ ਕੋਲੇ ਕਿਹੜੀ ਐਕਸਟੈਂਸ਼ਨ ਹੈ? .c ਐਕਸਟੈਂਸ਼ਨ ਹੈ। ਹੁਣ ਕੰਪਾਈਲਿੰਗ ਦਾ ਪ੍ਰੋਗਰਾਮ ਕਲੀਅਰ। ਹੁਣ ਕੰਪਾਈਲਰ ਨੇ ਕੀ ਕਰਨਾ ਹੈ, ਮੈਂ ਹੁਣੇ ਆਪਾਂ ਡਿਸਕਸ ਕੀਤਾ ਕਿ ਵਿਚ ਕਨਵਰਟਸ ਹਾਈ ਲੈਵਲ ਲੈਂਗੁਏਜ ਇਨਟੂ ਅ ਮਸ਼ੀਨ ਲੈਂਗੁਏਜ, ਕਿਉਂਕਿ ਕੰਪਿਊਟਰ ਨੇ ਕਿਹੜੀ ਲੈਂਗੁਏਜ ਅੰਡਰਸਟੈਂਡ ਕਰਨੀ ਹੈ? ਮਸ਼ੀਨ ਲੈਂਗੁਏਜ, ਜਿਹੜੀ ਕੀ ਹੈ 0-1 ਦੀ ਫਾਰਮ 'ਚ ਹੈ। ਹੁਣ ਕੰਪਾਈਲਿੰਗ ਦਾ ਪ੍ਰੋਗਰਾਮ, the next step is to translate source code into machine code। machine code ਉਹੀ machine code ਦਾ ਮਤਲਬ ਜਾਂ machine language ਦਾ ਮਤਲਬ ਕੀ ਹੈ? ਜਿਹੜੀ ਕੰਪਿਊਟਰ ਅੰਡਰਸਟੈਂਡ ਕਰਦਾ in the form of zeros and ones। compiler takes source code as a input। ਇੱਥੇ ਕੀ ਹੈ? ਜਿਹੜਾ ਕੰਪਾਈਲਰ ਹੈ, ਕੰਪਾਈਲਰ ਦੇ ਉੱਤੋਂ ਦੇਖੋ ਜਿਹੜਾ ਆਹ ਵਾਲੇ ਐਰੋ ਤੋਂ ਕੀ ਆ ਰਿਹਾ? ਸੋਰਸ ਕੋਡ ਆ ਰਿਹਾ। ਕੰਪਾਈਲਰ ਨੇ ਉਸ ਨੂੰ ਐਜ਼ ਆ ਕੀ ਲੈਣਾ? ਇਨਪੁਟ ਲੈਣਾ। ਕੀ ਲੈਣਾ? ਇਨਪੁਟ। ਫਿਰ ਕੀ ਹੈ? ਉਸਨੇ ਚੈੱਕ ਕਰਨਾ ਕਿ ਐਰਰ ਹੈ ਜਾਂ ਨਹੀਂ ਹੈ। ਐਰਰ ਕਿਹਦੇ ਵਿੱਚ ਚੈੱਕ ਕਰਨੀ ਹੈ? ਸੋਰਸ ਕੋਡ ਦੇ ਵਿੱਚ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਵੀ ਆਪਾਂ ਸੋਰਸ ਕੋਡ ਲਿਖਦੇ ਹਾਂ ਉਸ ਦੇ ਰੂਲਸ ਹੁੰਦੇ ਆ ਕਿ ਜੋ ਸੋਰਸ ਕੋਡ ਦੇ ਵਿੱਚ ਸੋਰਸ ਕੋਡ ਨੂੰ ਕਿਵੇਂ ਲਿਖਣਾ ਹੈ। ਜੋ ਆਪਾਂ ਪ੍ਰੈਕਟੀਕਲ ਸੈਸ਼ਨ ਜਦੋਂ ਮੈਂ ਲਗਾਊਂਗਾ ਉਦੋਂ ਮੈਂ ਤੁਹਾਨੂੰ ਦੱਸੂੰਗਾ ਵੀ ਜਿਹੜਾ ਆਪਣਾ ਸੋਰਸ ਕੋਡ ਹੈ ਉਹ ਆਪਾਂ ਕਿਵੇਂ ਲਿਖੀਦਾ। ਠੀਕ ਹੈ। ਅਤੇ ਸੋਰਸ ਕੋਡ ਲਿਖਣ ਲਈ ਇੱਕ ਪਰਟੀਕੂਲਰ ਰੂਲਸ ਹੈ। ਕੰਪਾਈਲਰ ਨੇ ਪਹਿਲਾਂ ਉਹ ਚੈੱਕ ਕਰਨੇ ਆ ਕਿ ਅਗਰ ਤੁਸੀਂ ਉਸ ਰੂਲਸ ਦੇ ਅਕੋਰਡਿੰਗ ਕੋਡ ਲਿਖਿਆ, ਠੀਕ ਹੈ, ਅਤੇ ਜੇ ਤੁਸੀਂ ਉਸ ਰੂਲਸ ਦੇ ਅਕੋਰਡਿੰਗ ਕੋਡ ਲਿਖਿਆ ਫਿਰ ਤਾਂ ਦੇਖੋ ਕੋਈ ਐਰਰ ਨਹੀਂ ਆਉਂਦੀ। ਜਦੋਂ ਨਹੀਂ ਐਰਰ ਆਊਗੀ ਉਸ ਨੇ ਜਿਵੇਂ ਇੱਥੇ ਨੀਚੇ ਲਿਖਿਆ ਹੋਇਆ ਓਬਜੈਕਟ ਕੋਡ, ਫਿਰ ਉਹਨੇ ਕੀ ਬਣਾ ਦੇਣਾ? ਓਬਜੈਕਟ ਕੋਡ ਬਣਾ ਦੇਣਾ। ਮਤਲਬ ਇੱਥੇ ਦੇਖੋ ਕੀ ਲਿਖਿਆ? ਕੰਪਾਈਲਰ ਟੇਕਸ ਸੋਰਸ ਕੋਡ ਐਜ਼ ਅ ਇਨਪੁਟ ਐਂਡ ਇਫ ਦੇਅਰ ਇਜ਼ ਨੋ ਐਰਰਸ ਇਨ ਦਾ ਸੋਰਸ ਕੋਡ ਦੈਨ ਇਟ ਪ੍ਰੋਡਿਊਸਿਸ ਮਸ਼ੀਨ ਕੋਡ ਵਿਦ .obj ਐਕਸਟੈਂਸ਼ਨ। ਹੁਣ ਦੇਖੋ ਸੋਰਸ ਕੋਡ ਦੀ ਐਕਸਟੈਂਸ਼ਨ ਹੋ ਗਈ .c ਸਟਾਰਟਿੰਗ ਦੇ ਵਿੱਚ, ਕੰਪਾਈਲਰ ਦੇ ਵਿੱਚ ਗਿਆ ਕੋਡ .c, ਦੈਨ ਉਸਨੇ ਚੈੱਕ ਕਰਨਾ ਐਰਰ ਹੈ ਜਾਂ ਨਹੀਂ ਹੈ। ਜੇ ਐਰਰ ਨਹੀਂ ਹੈਗੀ ਫਿਰ ਉਸਨੇ ਉਸ ਨੂੰ ਕਿਹੜੇ ਕੋਡ 'ਚ ਕਨਵਰਟ ਕਰ ਦੇਣਾ? ਮਸ਼ੀਨ ਕੋਡ ਦੇ ਵਿੱਚ ਕਨਵਰਟ ਕਰ ਦੇਣਾ, ਜਿਸ ਦੀ ਐਕਸਟੈਂਸ਼ਨ ਕੀ ਹੋਏਗੀ? .obj ਓਬਜੈਕਟ ਕੋਡ ਬੋਲਦੇ ਆ ਇਸ ਨੂੰ, .obj। ਕਲੀਅਰ ਹੈ? ਕੰਪਾਈਲਿੰਗ ਦਾ ਮੈਨੂੰ ਲੱਗਦਾ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਬਹੁਤ ਹੀ ਇੰਪੋਰਟੈਂਟ ਪਾਰਟ ਹੈ ਕੰਪਾਈਲਿੰਗ ਦਾ ਪ੍ਰੋਗਰਾਮ। ਕੰਪਾਈਲਰ ਕੀ ਹੁੰਦਾ? ਕੰਪਾਈਲਰ ਕੀ ਹੁੰਦਾ? ਵਿਚ ਕਨਵਰਟਸ ਹਾਈ ਲੈਵਲ ਲੈਂਗੁਏਜ ਇਨਟੂ ਅ ਮਸ਼ੀਨ ਲੈਂਗੁਏਜ ਵਿਦ .obj ਐਕਸਟੈਂਸ਼ਨ, ਦੈਟ ਮੀਨਸ ਓਬਜੈਕਟ ਕੋਡ ਐਕਸਟੈਂਸ਼ਨ। ਠੀਕ ਹੈ ਜੀ। ਇਫ ਦੇਅਰ ਇਜ਼ ਐਰਰ ਇਨ ਸੋਰਸ ਕੋਡ, ਜੇ ਕੋਈ ਐਰਰ ਆਉਂਦੀ ਹੈ ਸੋਰਸ ਕੋਡ ਦੇ ਵਿੱਚ ਫਿਰ ਕੀ ਹੋਏਗਾ? ਫਿਰ ਉਹ ਕੋਡ ਨੂੰ ਮਸ਼ੀਨ ਕੋਡ ਦੇ ਵਿੱਚ ਪਹਿਲੀ ਗੱਲ ਉਹ ਕਨਵਰਟ ਨਹੀਂ ਕਰੇਗਾ। ਇੱਥੇ ਧਿਆਨ ਦਿਓ, ਅਗਰ ਦੇਖੋ ਅਗਰ ਇੱਧਰ ਐਰਰ ਆ ਗਈ, ਇਫ ਦੇਅਰ ਇਜ਼ ਐਨੀ ਐਰਰ, ਯੈਸ, ਉਸਨੇ ਇੱਕ ਆਪਾਂ ਨੂੰ ਮੈਸੇਜ ਸ਼ੋਅ ਕਰ ਦੇਣਾ ਕਿ ਬਈ ਤੁਹਾਡੇ ਕੀ ਹੈ? ਐਰਰ ਹੈ, ਅਤੇ ਆਪਾਂ ਨੂੰ ਆਪਣਾ ਸੋਰਸ ਕੋਡ ਚੈੱਕ ਕਰਨ ਦੀ ਲੋੜ ਹੈ। ਆਪਾਂ ਨੂੰ ਆਪਣਾ ਜਿਹੜਾ ਸੋਰਸ ਕੋਡ ਆ ਉਹ ਚੈੱਕ ਕਰਨਾ ਪਊਗਾ। ਠੀਕ ਹੈ ਜੀ। ਅਤੇ ਆਪਾਂ ਨੂੰ ਉਹਦੇ ਵਿੱਚੋਂ ਐਰਰਸ ਹੈ ਉਹ ਰਿਮੂਵ ਕਰਨੀਆਂ ਪੈਣਗੀਆਂ। ਫਿਰ ਆਹ ਪ੍ਰੋਸੈਸ ਸਾਰਾ ਹੀ ਐਵੇਂ ਚੱਲੇਗਾ। ਕਲੀਅਰ ਹੈ? ਨੈਕਸਟ ਸਟੈਪ ਹੈ ਲਿੰਕਿੰਗ ਦਾ ਪ੍ਰੋਗਰਾਮ। ਲਿੰਕਿੰਗ, ਇੱਥੇ ਦੇਖੋ ਆਹ ਵਾਲਾ ਜਿਹੜਾ ਸਟੈਪ ਹੈ ਆਹ ਲਿੰਕਿੰਗ ਦਾ ਪ੍ਰੋਗਰਾਮ ਹੈ। ਲਿੰਕਿੰਗ ਦਾ ਮਤਲਬ ਕੀ ਹੈ? ਕਈ ਵਾਰ ਦੇਖੋ ਜਿਵੇਂ ਹੁਣ ਮੈਂ ਤੁਹਾਨੂੰ ਕਿਹਾ ਲਾਇਬ੍ਰੇਰੀ ਫਾਈਲਸ ਹੁੰਦੀਆਂ, ਲਾਇਬ੍ਰੇਰੀ ਜਿਹੜੀ ਆਪਾਂ ਹੈਡਰ ਫਾਈਲਸ ਹੋ ਗਈਆਂ, ਠੀਕ ਹੈ, ਕੁਛ ਆਪਣੇ ਕੋਲ ਲਾਇਬ੍ਰੇਰੀ ਫਾਈਲਸ ਹੁੰਦੀਆਂ। ਲਾਇਬ੍ਰੇਰੀ ਫਾਈਲਸ ਦੇ ਵਿੱਚ ਇਨਬਿਲਟ ਫੰਕਸ਼ਨ ਆ ਜਾਂਦੇ ਆ, ਜੋ ਆਪਾਂ ਮੰਨ ਲਓ ਆਪਾਂ ਆਪਦੇ ਪ੍ਰੋਗਰਾਮ ਦੇ ਵਿੱਚ ਇਨਬਿਲਟ ਫੰਕਸ਼ਨ ਯੂਜ਼ ਕੀਤੇ ਆ। ਠੀਕ ਹੈ ਜੀ। ਉਹ ਕੌਣ ਦੱਸੂਗਾ ਵੀ ਹੁਣ ਜਿਹੜਾ ਆਪਾਂ ਕੋਡ ਲਿਖ ਰਹੇ ਹਾਂ, ਠੀਕ ਹੈ, ਉਹਨੂੰ ਤਾਂ ਕੁਛ ਨਹੀਂ ਪਤਾ ਕਿ ਵੀ ਕਿਹੜੇ ਇਹਨਾਂ ਨੇ ਫੰਕਸ਼ਨ ਇਨਬਿਲਟ ਹੈਗੇ ਆ, ਕਿਹੜੇ ਇਹਨਾਂ ਨੇ ਆਪ ਬਣਾ ਰਹੇ ਆ। ਠੀਕ ਹੈ। ਇਸ ਕਰਕੇ ਆਪਾਂ ਨੇ ਕੋਲੇ ਇੱਕ ਜਿਹੜਾ ਥਰਡ ਸਟੈਪ ਹੁੰਦਾ ਉਹ ਹੁੰਦਾ ਲਿੰਕਿੰਗ ਦਾ ਪ੍ਰੋਗਰਾਮ। ਉਹਦਾ ਮਤਲਬ ਕੀ ਹੈ? ਜਿਵੇਂ ਹੁਣ ਓਬਜੈਕਟ ਕੋਡ ਆ ਗਿਆ, ਜਿਵੇਂ ਹੁਣ ਆਪਾਂ ਨੈਕਸਟ ਚੱਲਦੇ ਲਿੰਕਿੰਗ ਦਾ ਪ੍ਰੋਗਰਾਮ। ਸਪੋਜ਼ ਕਈ ਵਾਰ ਆਪਣੇ ਕੋਲੇ ਵੀ ਹੈਵ ਮੋਰ ਦੈਨ 2 ਓਬਜੈਕਟ ਕੋਡਸ। ਠੀਕ ਹੈ। ਜੇ ਮੰਨ ਲਓ ਆਪਣੇ ਕੋਲੇ 2 ਓਬਜੈਕਟ ਕੋਡ ਹੋ ਗਏ, ਨਾਲੇ ਆਪਣੇ ਕੋਲੇ ਇੱਧਰੋਂ ਕੀ ਆ ਜਾਂਦਾ ਲਾਇਬ੍ਰੇਰੀ ਫਾਈਲਸ ਹੁੰਦੀਆਂ। ਲਾਇਬ੍ਰੇਰੀ ਫਾਈਲਸ ਕੀ ਹੈ? ਜਿਨ੍ਹਾਂ ਦੇ ਵਿੱਚ ਇਨਬਿਲਟ ਫੰਕਸ਼ਨ ਹੈ
ਉਹ ਕੀ ਹੁੰਦੇ ਆ, ਡਿਕਲੇਅਰਡ ਹੁੰਦੇ ਆ ਵੀ ਆਪਾਂ ਇਨਬਿਲਟ ਫੰਕਸ਼ਨਸ ਨੂੰ ਯੂਜ਼ ਕਰ ਸਕਦੇ ਹਾਂ। ਠੀਕ ਹੈ, ਆ ਆਬਜੈਕਟ ਕੋਡ 1, ਆਬਜੈਕਟ ਕੋਡ 2, ਲਾਇਬ੍ਰੇਰੀ ਫਾਈਲਸ। ਲਿੰਕਰ ਕੀ ਹੁੰਦਾ, ਇਹਨਾਂ ਸਾਰਿਆਂ ਨੂੰ ਕੀ ਕਰ ਦਿੰਦਾ, ਲਿੰਕ ਕਰਦਾ। ਕੀ ਕਰਦਾ, ਲਿੰਕ ਕਰਦਾ, ਤਾਂ ਜੋ ਆਪਣੇ ਕੋਲ ਇੱਕ ਫਾਈਨਲ ਜੋ ਆਪਣੇ ਕੋਲ ਜਿਹੜੀ ਫਾਈਲ ਹੈ ਉਹ ਬਣ ਸਕੇ। ਉਸ ਨੂੰ ਕੀ ਬੋਲਦੇ ਆ, ਐਗਜ਼ੀਕਿਊਟੇਬਲ ਫਾਈਲ। ਉਹਦੀ ਐਕਸਟੈਂਸ਼ਨ ਕੀ ਹੁੰਦੀ ਆ, .exe। ਕਈ ਵਾਰ ਤੁਸੀਂ ਕੋਈ ਪ੍ਰੋਗਰਾਮ ਆਪਣਾ ਸੋਫਟਵੇਅਰ ਇੰਸਟਾਲ ਕਰਦੇ ਹੋ, ਜਦੋਂ ਸੋਫਟਵੇਅਰ ਨੂੰ ਡਾਊਨਲੋਡ ਕਰਦੇ ਹੋ ਨਾ, ਉਹਦੀ ਵੀ ਐਕਸਟੈਂਸ਼ਨ ਕੀ ਹੁੰਦੀ ਹੈ, .exe। ਠੀਕ ਹੈ, ਐਗਜ਼ੀਕਿਊਟੇਬਲ ਫਾਈਲ ਜਾਂ ਐਗਜ਼ੀਕਿਊਟੇਬਲ ਕੋਡ, ਜਿਵੇਂ ਤੁਸੀਂ ਇੱਥੇ ਲਿਖਿਆ ਦੇਖ ਰਹੇ ਹੋ। ਠੀਕ ਹੈ, ਹੁਣ ਲਿੰਕਿੰਗ ਦਾ ਪ੍ਰੋਗਰਾਮ ਦਾ ਕੀ ਮਤਲਬ ਹੈ ਕਿ ਜੋ ਫਾਈਲਸ ਨੂੰ, ਆਬਜੈਕਟ ਕੋਡਸ ਨੂੰ ਲਾਇਬ੍ਰੇਰੀ ਫਾਈਲਸ ਨਾਲ ਕੀ ਕਰਨਾ, ਲਿੰਕ ਕਰਨਾ, ਅਤੇ ਆਪਣੇ ਕੋਲ ਕਿਹੜੀ ਫਾਈਲ ਬਣ ਜਾਊਗੀ, ਐਗਜ਼ੀਕਿਊਟੇਬਲ ਫਾਈਲ .exe ਫਾਈਲ। ਦੈਟ ਮੀਨਸ .exe ਫਾਈਲ ਕਿਹੜੀ ਹੋਏਗੀ, ਜਿਸ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਰਨ ਫਾਈਲ। ਕਲੀਅਰ ਹੈ। ਲਿੰਕਿੰਗ ਦਾ ਪ੍ਰੋਗਰਾਮ, ਇਨ ਆਰਡਰ ਟੂ ਪ੍ਰੋਡਿਊਸ ਐਨ ਐਗਜ਼ੀਕਿਊਟੇਬਲ ਫਾਈਲ, ਜਿਹਨੂੰ ਆਪਾਂ ਕਿਹੜੀ ਫਾਈਲ ਬੋਲ ਦਿੰਦੇ ਹਾਂ, ਰਨ ਫਾਈਲ ਵੀ ਬੋਲ ਦਿੰਦੇ ਹਾਂ। ਠੀਕ ਹੈ, these object codes are to be linked together along with the library function with the .lib extension। ਕਲੀਅਰ ਹੈ। ਇੱਧਰ ਜਿਹੜੀ ਐਕਸਟੈਂਸ਼ਨ ਆਏਗੀ ਆਪਣੇ ਕੋਲੇ ਉਹ ਕਿਹੜੀ ਆਏਗੀ, .lib। ਲਾਇਬ੍ਰੇਰੀ ਫਾਈਲ ਦੀ ਐਕਸਟੈਂਸ਼ਨ ਕੀ ਹੋਏਗੀ, .lib ਹੋਏਗੀ। ਠੀਕ ਹੈ, ਆਫਟਰ ਲਿੰਕਿੰਗ ਦਾ ਪ੍ਰੋਗਰਾਮ ਵੀ ਗੈਟ ਐਗਜ਼ੀਕਿਊਟੇਬਲ ਫਾਈਲ ਵਿਦ .exe ਐਕਸਟੈਂਸ਼ਨ। ਠੀਕ ਹੈ ਜੀ, ਜਿਹੜੀ ਫਾਈਨਲ ਫਾਈਲ ਆਪਾਂ ਨੂੰ ਮਿਲੇਗੀ ਉਹ ਕਿਹੜੀ ਮਿਲੇਗੀ ਜੀ, ਵਿਦ .exe ਐਕਸਟੈਂਸ਼ਨ। ਠੀਕ ਹੈ, ਐਗਜ਼ੀਕਿਊਟੇਬਲ ਫਾਈਲ ਬੋਲਦੇ ਜਿਸ ਨੂੰ। ਦੈਨ ਟੈਸਟਿੰਗ ਦਾ ਪ੍ਰੋਗਰਾਮ। ਟੈਸਟਿੰਗ ਦਾ ਪ੍ਰੋਗਰਾਮ ਦਾ ਕੀ ਮਤਲਬ ਹੈ, ਆਪਾਂ ਪ੍ਰੋਗਰਾਮ ਬਣਾ ਲਿਆ, ਫਿਰ ਆਪਾਂ ਉਸ ਨੂੰ ਵਾਰੀ ਟੈਸਟ ਕਰਨਾ ਹੈ ਅਲੱਗ-ਅਲੱਗ ਇਨਪੁਟਸ ਦੇ ਕੇ। ਜਿਵੇਂ ਹੁਣ ਆਪਾਂ 2 ਸਮ ਦਾ ਪ੍ਰੋਗਰਾਮ, 2 ਇੰਟੀਜਰ ਦੇ ਸਮ ਦਾ ਪ੍ਰੋਗਰਾਮ ਬਣਾਇਆ, ਹੁਣ ਆਪਾਂ ਕੀ ਕਰਾਂਗੇ, ਅਲੱਗ-ਅਲੱਗ ਉਹਨਾਂ ਨੂੰ ਇਨਪੁਟਸ ਦੇ ਕੇ ਦੇਖਾਂਗੇ। ਕਈ ਵਾਰ ਆਪਾਂ 10, 15 ਦੇਤੀ। ਠੀਕ ਹੈ, ਮਾਈਨਸ ਵਾਲੀ ਆਪਣੀ ਉਹ ਪ੍ਰੋਗਰਾਮ ਚੱਲਦਾ ਕਿ ਨਹੀਂ ਚੱਲਦਾ। ਕਲੀਅਰ ਹੈ। ਟੈਸਟਿੰਗ ਦਾ ਪ੍ਰੋਗਰਾਮ ਦਾ ਕੀ ਮਤਲਬ ਹੈ ਕਿ ਆਪਾਂ ਉਸ ਨੂੰ ਟੈਸਟ ਕਰਨਾ ਹੈ। ਠੀਕ ਹੈ, ਟੈਸਟਿੰਗ ਇਜ਼ ਡਨ ਟੂ ਮੇਕ ਸ਼ੋਰ ਦੈਟ ਯੂਅਰ ਪ੍ਰੋਗਰਾਮ ਇਜ਼ ਕਰੈਕਟ ਐਂਡ ਗਿਵ ਕਰੈਕਟ ਆਊਟਪੁੱਟ ਫॉर ਆਲ ਪੋਸੀਬਲ ਇਨਪੁਟਸ। ਦੈਨ ਡਾਕੂਮੈਂਟਿੰਗ ਦਾ ਪ੍ਰੋਗਰਾਮ। ਡਾਕੂਮੈਂਟਿੰਗ ਦਾ ਪ੍ਰੋਗਰਾਮ ਦੇ ਵਿੱਚ ਕੀ ਹੈ ਕਿ ਕਈ ਵਾਰ ਆਪਣੇ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਲੈਂਥੀ ਹੁੰਦੇ ਆ। ਲੈਂਥੀ ਦੇ ਨਾਲ ਕੀ ਹੋ ਜਾਂਦਾ ਕਿ ਆਪਾਂ ਨੂੰ ਉਹਨਾਂ ਦਾ ਰਿਕਾਰਡ ਥੋੜ੍ਹਾ ਜਿਹਾ ਮੇਨਟੇਨ ਕਰਨਾ ਪੈਂਦਾ। ਲਾਈਕ ਮੇਨਟੇਨ ਇਨ ਦਾ ਸੈਂਸ ਵੀ ਆਪਾਂ ਨੂੰ ਪ੍ਰੋਗਰਾਮ ਦੇ ਵਿੱਚ ਨਾ ਕਮੈਂਟਸ ਲਿਖੇ ਜਾਂਦੇ ਆ, ਉਹ ਵੀ ਮੈਂ ਤੁਹਾਨੂੰ ਦੱਸਾਂਗਾ ਕਮੈਂਟਸ ਕਿਵੇਂ ਲਿਖੇ ਜਾਂਦੇ ਆ। ਕਮੈਂਟਸ ਦਾ ਮਤਲਬ ਕੀ ਹੁੰਦਾ ਕਿ ਮੰਨ ਲਓ ਕੋਈ ਹੋਰ ਵੀ ਬੰਦਾ, ਕੋਈ ਨਾਲ ਮੰਨ ਲਓ ਤੁਹਾਡਾ ਕੋਈ ਫਰੈਂਡ ਹੈ, ਅਗਰ ਉਹ ਪ੍ਰੋਗਰਾਮ ਨੂੰ ਪੜ੍ਹਦਾ ਹੈ, ਦੇਖਦਾ, ਉਸ ਨੂੰ ਸਮਝ ਲੱਗ ਜਾਏ ਕਿ ਤੁਸੀਂ ਕੀਤਾ ਕੀ ਹੋਇਆ। ਕਲੀਅਰ ਹੈ ਬਈ, ਕਈ ਵਾਰ ਆਪਣਾ ਪ੍ਰੋਗਰਾਮ ਕਾਫੀ ਲੈਂਥੀ ਹੁੰਦਾ ਹੈ, ਆ ਉਸ ਲਈ ਹੈ ਵੀ ਡਾਕੂਮੈਂਟਿੰਗ ਦਾ ਪ੍ਰੋਗਰਾਮ। The term documentation refers to record the information regarding program। ਵੀ ਇੰਪੋਰਟੈਂਟ ਇਨਫੋਰਮੇਸ਼ਨ ਨੂੰ ਕੀ ਕਰਨਾ, ਰਿਕਾਰਡ ਕਰਕੇ ਰੱਖ ਲੈਣਾ। ਕਿ ਮੰਨ ਲਓ ਆਪਾਂ ਕਦੇ ਪ੍ਰੋਗਰਾਮ ਨੂੰ ਖੋਲ੍ਹੀਏ ਅਤੇ ਆਪਾਂ ਨੂੰ ਪਤਾ ਲੱਗ ਜਾਏ ਕਿ ਇਹ ਪ੍ਰੋਗਰਾਮ ਕਿਸ ਦੇ ਰਿਲੇਟਡ ਹੈ, ਇਸ ਵਿੱਚ ਕੀ ਆਪਣੇ ਕੋਲ ਆਊਟਪੁੱਟਸ ਆ ਰਹੀਆਂ, ਜਾਂ ਕੀ ਇਸ ਵਿੱਚ ਮੰਨ ਲਓ ਕੋਈ ਪਹਿਲਾਂ ਕੋਈ ਆਪਾਂ ਕੀ ਚੇਂਜ ਕੀਤਾ, ਐਨੀਥਿੰਗ, ਕੁਛ ਵੀ, ਸਮ ਇੰਪੋਰਟੈਂਟ ਇਨਫੋਰਮੇਸ਼ਨ। ਦੈਨ ਲਾਸਟ ਸਟੈਪ ਹੈਗਾ ਡਿਪਲੋਇੰਗ ਐਂਡ ਮੇਨਟੇਨਿੰਗ ਦਾ ਪ੍ਰੋਗਰਾਮ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੋਏਗਾ, ਜਿਵੇਂ ਮੰਨ ਲਓ ਹੁਣ ਮੈਂ ਕੋਈ ਸਮ ਦਾ ਪ੍ਰੋਗਰਾਮ ਬਣਾਇਆ, ਹੁਣ ਮੈਂ ਉਸ ਨੂੰ ਨਾ ਕੋਈ ਸੋਫਟਵੇਅਰ ਦੇਊਂਗਾ ਨਾ ਕੁਛ ਹੈ, ਸਿਰਫ ਮੈਂ ਉਸ ਨੂੰ ਕੀ ਦੇਊਂਗਾ, ਜਿਹੜੀ ਮੇਰੇ ਕੋਲ ਰਨ ਫਾਈਲ ਬਣੀ ਸੀ ਲਾਸਟ 'ਤੇ .exe ਫਾਈਲ ਬਣੀ ਸੀ ਨਾ, ਮੈਂ ਸਿਰਫ ਉਸ ਨੂੰ ਉਹ ਦੇਊਂਗਾ। ਸਪੋਜ਼ ਮੈਂ ਇੱਕ ਕੈਲਕੂਲੇਟਰ ਦਾ ਪ੍ਰੋਗਰਾਮ ਬਣਾ ਲਿਆ, ਉਹਦੇ ਵਿੱਚ ਪਲੱਸ ਹੈ, ਮਾਈਨਸ ਹੈ, ਠੀਕ ਹੈ, ਮਲਟੀਪਲਾਈ ਹੈ, ਡਿਵੀਜ਼ਨ ਹੈ। ਉਹਦੇ ਵਿੱਚ ਕੀ ਹੋ ਗਿਆ, ਮੈਂ ਜਦੋਂ ਪ੍ਰੋਗਰਾਮ ਬਣਾ ਲਿਆ, ਲਾਸਟ ਸਟੈਪ ਮੇਰਾ ਹੈਗਾ .exe ਫਾਈਲ ਮਿਲ ਜਾਣੀ ਮੈਨੂੰ, ਰਨ ਫਾਈਲ ਹੈ। ਠੀਕ ਹੈ, ਉਹ ਰਨ ਫਾਈਲ ਨੂੰ ਮੈਂ ਕਿਸੇ ਵੀ ਪਰਸਨ ਨੂੰ, ਜੇ ਹੁਣ ਮੈਂ ਕਿਸੇ ਨੂੰ ਸੈਂਡ ਕਰਨਾ ਵੀ ਯਾਰ ਮੈਂ ਪ੍ਰੋਗਰਾਮ ਬਣਾਇਆ, ਤੁਸੀਂ ਇਹ ਕੈਲਕੂਲੇਟਰ ਨੂੰ ਯੂਜ਼ ਕਰੋ। ਠੀਕ ਹੈ, ਜਿਵੇਂ ਤੁਸੀਂ ਐਂਡਰੋਇਡ ਫੋਨ ਯੂਜ਼ ਕਰਦੇ ਹੋ, ਤੁਸੀਂ ਐਪ ਡਾਊਨਲੋਡ ਕੀਤੀ, ਉਹ ਐਪ ਦੇਖੋ, ਐਪ ਦੇ ਵਿੱਚ ਬੈਕਐਂਡ 'ਤੇ ਬਹੁਤ ਜ਼ਿਆਦਾ ਪ੍ਰੋਗਰਾਮਿੰਗ ਹੈ। ਠੀਕ ਹੈ ਨਾ, ਇਕੱਲਾ ਐਵੇਂ ਨਾ ਸਮਝੋ ਵੀ ਉਹਦੇ ਵਿੱਚ ਸਿੰਪਲ ਐਪ ਬਸ ਹੁਣ ਤੁਸੀਂ ਡਾਊਨਲੋਡ ਕਰ ਲਈ ਬਸ, ਠੀਕ ਹੈ, ਨਹੀਂ, ਉਹਦੇ ਵਿੱਚ ਬਹੁਤ ਪ੍ਰੋਗਰਾਮਿੰਗ ਹੈ। ਉਹਨਾਂ ਦੇ ਬਕਾਇਦਾ ਪਿੱਛੇ ਸਰਵਰ ਹੈ। ਤੁਸੀਂ ਜਦੋਂ ਡਾਊਨਲੋਡ ਕਰਦੇ ਹੋ, ਇਕੱਲੀ ਇੱਕ .apk ਫਾਈਲ ਹੈ,
ਐਂਡ ਜਦੋਂ ਵੀ ਐਂਡਰੋਇਡ ਫ਼ੋਨ ਦੇ ਵਿੱਚ ਤੁਸੀਂ ਆਪਣੀ ਫਾਈਲ ਡਾਊਨਲੋਡ ਕਰਦੇ ਹੋ ਉਹ .apk ਫਾਈਲ ਡਾਊਨਲੋਡ ਹੁੰਦੀ ਆ ਬਸ, ਹੋਰ ਕੁਛ ਨਹੀਂ ਡਾਊਨਲੋਡ ਹੁੰਦਾ। ਠੀਕ ਹੈ, ਉਹ ਇਕੱਲਾ .apk ਫਾਈਲ ਨੂੰ ਫਿਰ ਤੁਸੀਂ ਇੰਸਟਾਲ ਕਰਦੇ ਹੋ। ਠੀਕ ਹੈ ਜੀ, ਉਹ ਸਾਰਾ ਪ੍ਰੋਸੈਸ ਆਹ ਕੀ ਹੈ, ਲਾਸਟ ਸਟੈਪ ਨੂੰ ਤੁਸੀਂ ਐਗਜ਼ੀਕਿਊਟ ਕਰ ਰਹੇ ਹੋ। ਜਿਵੇਂ ਆਪਣੇ ਸੀ ਦੇ ਵਿੱਚ ਲਾਸਟ ਸਟੈਪ ਕੀ ਹੈ, .exe ਫਾਈਲ ਬਣਦੀ ਆ। ਆਪਾਂ ਜਿੰਨੇ ਵੀ ਆਪਣਾ ਉਹ ਮੰਨ ਲਓ ਪ੍ਰੋਗਰਾਮ ਯੂਜ਼ ਕਰਨਾ ਹੈ, ਜਿਵੇਂ ਮੈਂ ਤੁਹਾਨੂੰ ਹੁਣੇ ਐਗਜ਼ਾਮਪਲ ਲੈ ਕੇ ਦੱਸਿਆ ਸੀ, ਆਪਾਂ ਕੈਲਕੂਲੇਟਰ ਬਣਾ ਲਿਆ, ਆਪਾਂ ਕੈਲਕੂਲੇਟਰ ਨੂੰ ਯੂਜ਼ ਕਰਨਾ ਹੈ। ਠੀਕ ਹੈ, ਮੈਂ ਉਹਨੂੰ ਕੀ ਕਰੂੰਗਾ, ਮੈਂ ਇਕੱਲਾ .exe ਫਾਈਲ ਹੈ ਉਹ ਸੈਂਡ ਕਰ ਦੂੰਗਾ ਵੀ ਜਿਹੜੀ ਆਹ ਫਾਈਲ ਹੈ ਤੁਸੀਂ ਇਹਨੂੰ ਯੂਜ਼ ਕਰਕੇ ਦੇਖੋ। ਕਲੀਅਰ? ਉਹ .exe ਫਾਈਲ ਨੂੰ ਯੂਜ਼ ਕਰੇਗਾ, ਫਿਰ ਉਹ ਕੀ ਹੋਏਗਾ, ਫਿਰ ਉਹਦੇ ਵਿੱਚੋਂ ਜੇ ਮੰਨ ਲਓ ਇਨ ਕੇਸ ਕੋਈ ਦਿੱਕਤ ਆਉਂਦੀ ਹੈ, ਕੋਈ ਪ੍ਰੋਬਲਮ ਆਉਂਦੀ ਹੈ, ਉਹ ਆਪਾਂ ਨੂੰ ਦੱਸੇਗਾ। ਐਂਡ ਫਿਰ ਆਪਾਂ ਉਸ ਦੇ ਵਿੱਚ ਉਸ ਦੇ ਟਾਈਮ ਟੂ ਟਾਈਮ ਮੋਡੀਫਿਕੇਸ਼ਨ ਕਰਦੇ ਰਹਾਂਗੇ। ਠੀਕ ਹੈ, ਸੋ ਆਹ ਸੀਗਾ ਜੀ ਆਪਣਾ ਲਾਸਟ ਸਟੈਪ, ਡਿਪਲੋਇੰਗ ਐਂਡ ਮੇਨਟੇਨਿੰਗ ਦਾ ਪ੍ਰੋਗਰਾਮ। ਠੀਕ ਹੈ, ਜੋ ਨੈਕਸਟ ਲੈਕਚਰ ਹੈ ਉਸ ਵਿੱਚ ਆਪਾਂ ਡਿਸਕਸ ਪ੍ਰੈਕਟੀਕਲ ਸੈਸ਼ਨ ਹੋਏਗਾ ਅਤੇ ਉਸ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਜੋ ਆਲੇ ਵੇਰੀਅਸ ਸਟੈਪਸ ਆਪਾਂ ਇੱਥੇ ਡਿਸਕਸ ਕੀਤੇ ਆ ਉਸ ਨੂੰ ਆਪਾਂ ਪ੍ਰੈਕਟੀਕਲ ਕਿਵੇਂ ਇੰਪਲੀਮੈਂਟ ਕਰਨਾ ਹੈ। ਠੀਕ ਹੈ ਜੀ, ਜਿਵੇਂ ਆਪਾਂ ਸੋਰਸ ਕੋਡ, ਅਗੇਨ ਮੈਂ ਤੁਹਾਨੂੰ ਦੱਸ ਦੇਣਾ, ਜਿਹੜਾ ਸੋਰਸ ਕੋਡ ਹੈ ਉਸ ਦੀ ਐਕਸਟੈਂਸ਼ਨ ਕੀ ਹੋਗੀ .c। ਦੈਨ ਜੋ ਆਪਣਾ ਉਸ ਤੋਂ ਬਾਅਦ ਆਪਾਂ ਨੀਚੇ ਆਏ ਕੰਪਾਈਲਰ ਨੇਮ, ਅਗਰ ਕੋਈ ਐਰਰ ਨਹੀਂ ਹੈਗੀ ਉਸ ਨੂੰ ਕਿਹੜੇ ਕੋਡ ਦੇ ਵਿੱਚ ਕਨਵਰਟ ਕਰਦਾ, ਓਬਜੈਕਟ ਕੋਡ ਦੇ ਵਿੱਚ। ਓਬਜੈਕਟ ਕੋਡ ਦੀ ਐਕਸਟੈਂਸ਼ਨ ਕੀ ਹੋਗੀ .obj। ਫਿਰ ਲਿੰਕਰ ਦਾ ਕੀ ਕੰਮ ਹੈਗਾ, ਉਹਨੇ ਜਿੰਨੇ ਵੀ ਓਬਜੈਕਟ ਕੋਡ ਹੈਗੇ ਆ ਵਿਦ ਲਾਇਬ੍ਰੇਰੀ ਫਾਈਲਸ ਦੀ ਐਕਸਟੈਂਸ਼ਨ ਕੀ ਹੋਗੀ .lib। ਉਹਨਾਂ ਨੂੰ ਲਿੰਕ ਕਰਕੇ ਲਾਸਟ ਤੇ ਫਾਈਨਲ ਇੱਕ ਜਿਹੜੀ ਫਾਈਲ ਹੈ ਉਹ ਬਣਾ ਦੇਣੀ ਆ। ਫਾਈਨਲ ਫਾਈਲ ਕਿਹੜੀ ਆਪਣੇ ਕੋਲ ਹੈਗੀ ਹੈ, ਰਨ ਫਾਈਲ, ਜਿਸ ਨੂੰ ਆਪਾਂ ਕੀ ਬੋਲਦੇ ਨੇ, ਐਗਜ਼ੀਕਿਊਟੇਬਲ ਕੋਡ ਵਿਦ .exe ਐਕਸਟੈਂਸ਼ਨ, ਜਿਸ ਨੂੰ ਆਪਾਂ ਬਾਅਦ ਵਿੱਚ ਟੈਸਟ ਕਰਾਂਗੇ, ਡਾਕੂਮੈਂਟੇਸ਼ਨ ਕਰਾਂਗੇ। ਲਾਸਟ ਸਟੈਪ ਕੀ ਹੈ, ਡਿਪਲੋਇੰਗ ਐਂਡ ਮੇਨਟੇਨਿੰਗ ਦਾ ਪ੍ਰੋਗਰਾਮ। ਠੀਕ ਹੈ ਜੀ, ਆਹ ਸੀਗੇ ਜੀ ਆਪਣੇ 6 ਸਟੈਪ ਫੋਰ ਡਿਵੈਲਪਮੈਂਟ ਆ ਪ੍ਰੋਗਰਾਮ। ਠੀਕ ਹੈ ਜੀ, ਥੈਂਕ ਯੂ। ਅਗਰ ਕੋਈ ਵੀ ਤੁਹਾਨੂੰ ਕੁਐਰੀ ਹੈ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ। ਠੀਕ ਹੈ, YouTube ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਜਿਹੜੀ ਵੀ ਤੁਹਾਨੂੰ ਜਦੋਂ ਵੀ ਲੈਕਚਰ ਜੋ ਮੈਂ ਅਪਲੋਡ ਕਰਾਂ ਨਾਲ ਦੀ ਨਾਲ ਤੁਹਾਨੂੰ ਪਤਾ ਲੱਗ ਜੇ, ਨੋਟੀਫਿਕੇਸ਼ਨ ਆ ਜੇ ਤੁਹਾਨੂੰ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਅਗੇਨ ਮਾਈਸੈਲਫ ਲੈਕਚਰ ਗਗਨ ਸਚਦੇਵਾ ਫਰੋਮ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਡਿਪਾਰਟਮੈਂਟ, ਗਵਰਨਮੈਂਟ ਪੋਲੀਟੈਕਨਿਕ ਕਾਲਜ, ਕੋਟਕਪੂਰਾ। ਥੈਂਕ ਯੂ ਵੈਰੀ ਮਚ।